ਜੋ ਗੁਰੂ ਰੂਪ ਸਤ ਸੰਗਤ ਜੀਓ, ਮਾਹੌਲ ਦੇ ਮੁਤਾਬਕ ਇਤਿਹਾਸ ਦੇ ਕੁਝ ਪੰਨੇ ਮੁਲਕੀ ਹਾਲਾਤ ਨੂੰ, ਤੁਹਾਡੇ ਇੱਥੋਂ ਦੇ ਹਾਲਾਤ ਨੂੰ ਸਾਹਮਣੇ ਰੱਖਦੇ ਆਇਆ ਬਿਆਨ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂ। ਪੇਸ਼ਤਰ ਸਨਿਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਮਨ ਸ਼ਕਤੀ ਤੋਂ ਪ੍ਰਭਾਵਿਤ ਹੈ, ਤਾਕਤ ਤੋਂ। ਅਰਦਾਸ ਦੀਆਂ ਇਹ ਪਹਿਲੀਆਂ ਪੰਕਤੀਆਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦੇ ਆਏ। ਭਗਵਤੀ ਮੀਨ ਸ਼ਕਤੀ, ਭਗਵਤੀ ਸ਼ਕਤੀ ਨੂੰ ਕਹਿੰਦੇ। ਹੁਣ ਮੈਂ ਅਰਜ਼ ਕਰਾਂ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਧਿਆਨ ਨਾਲ ਸਰਵਣ ਕਰਨਾ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਥਾ ਕਿਸੇ ਥਾਂ ਤੋਂ ਆਰੰਭ ਕਰਨੀ ਪੈਂਦੀ ਹੈ, ਕਿਸੇ ਥਾਂ ਸਮਾਪਤ ਕਰਨੀ ਪੈਂਦੀ ਹੈ। ਕਈ ਦਫਾ ਕੁਝ ਗੱਲਾਂ ਮੈਨੂੰ ਰਿਪੀਟ ਇਸ ਵਾਸਤੇ ਕਰਨੀਆਂ ਪੈਂਦੀਆਂ ਨੇ ਕਿ ਜੋ ਬਾਅਦ ਦੇ ਚਾਹੁੰਦੇ ਨੇ ਉਹਨਾਂ ਦੇ ਫਿਰ ਪੱਲੇ ਕੁਝ ਨਹੀਂ ਪੈਣਾ। ਕੀਰਤਨ ਕਿਸੇ ਥਾਂ ਤੋਂ ਵੀ ਅਸੀਂ ਸੁਣ ਸਕਦੇ ਹਾਂ, ਵਿਚਾਰ ਬਾਰੇ ਇਹ ਗੱਲ ਨਹੀਂ ਹੈ। ਕਿਸੇ ਥਾਂ ਤੋਂ ਸੁਣੀਏ ਤਾਂ ਕੁਝ ਪੱਲੇ ਨਹੀਂ ਪਏਗਾ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦੇ ਆਏ। ਭਗਵਤੀ ਮੀਨ ਸ਼ਕਤੀ। ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਅਗਰ ਈਸ਼ਵਰ ਨੂੰ ਵਿਅਕਤੀ ਮੰਨ ਲਈਏ ਨਾ, ਤਾਂ ਫਿਰ ਉਸ ਦਾ ਜਨਮ ਵੀ ਮੰਨਣਾ ਪਏਗਾ। ਜਨਮ ਮੰਨ ਲਈਏ ਤਾਂ ਫਿਰ ਮਰਨ ਵੀ ਮੰਨਣਾ ਪਏਗਾ। ਮੈਂ ਉਸ ਦਿਨ ਅਰਜ਼ ਕੀਤੀ ਸੀ, ਸੰਸਾਰ ਦੋ ਰੰਗੀ ਹੈ, ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਆ ਜਨਮ ਹੈ, ਆ ਮਰਨ ਹੈ। ਤੇਰਾ ਕੋਈ ਜਨਮ ਨਹੀਂ, ਤੇਰੀ ਕੋਈ ਮੌਤ ਨਹੀਂ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਤਾਂ ਫਿਰ ਉਸ ਦੇ ਮਾਂ-ਬਾਪ ਵੀ ਮੰਨਣੇ ਪੈਣਗੇ। ਸਿਰਫ ਮਾਂ-ਬਾਪ ਹੀ ਨਹੀਂ, ਉਹਦੀ ਜ਼ਾਤ-ਪਾਤ ਵੀ ਮੰਨਣੀ ਪਏਗੀ। ਫਿਰ ਪਰਮਾਤਮਾ ਦੀ ਕੋਈ ਜ਼ਾਤ ਵੀ ਹੋਵੇਗੀ। ਸਤਿਗੁਰੂ ਕਹਿੰਦੇ, ਨਾ ਤਾਤ ਹੈ, ਨਾ ਮਾਤ ਹੈ, ਨਾ ਜ਼ਾਤ ਹੈ, ਨਾ ਪਾਤ ਹੈ। ਤੁਹਾਡੇ ਵਿੱਚੋਂ ਜਿਹੜੇ ਜਾਪ ਸਾਹਿਬ ਪੜ੍ਹਦੇ ਹੋਣਗੇ ਜ਼ਰੂਰ ਬੋਧ ਹੋਵੇਗਾ। ਅਗਰ ਉਸ ਨੂੰ ਵਿਅਕਤੀ ਮੰਨ ਲਈਏ ਤਾਂ ਉਹਦਾ ਕੋਈ ਰੰਗ, ਰੂਪ, ਨਸਲ ਵੀ ਮੰਨਣੀ ਪਏਗੀ। ਕਿਹੜੀ ਨਸਲ ਦਾ ਹੈ? ਆਰੀਅਨ ਨਸਲ ਹੈ, ਮੰਗੋਲ ਨਸਲ ਹੈ, ਆਖਰ ਕਿਹੜੀ ਨਸਲ ਹੈ? ਕਾਲਾ ਹੈ, ਗੋਰਾ ਹੈ, ਸਾਂਵਰੇ ਰੰਗ ਦਾ ਹੈ, ਜ਼ਰਦੀ ਮਾਇਲਾ ਹੈ, ਰੰਗ ਕੀ ਹੈ? ਖੱਲੜੀ ਦਾ ਰੰਗ ਉਸਦਾ ਕੈਸਾ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਰੂਪ ਹੈ, ਅਨੂਪ ਹੈ, ਕੋਈ ਰੂਪ ਨਹੀਂ। ਅਤਿਅੰਤ ਸੁੰਦਰ ਹੈ, ਫਿਰ ਵੀ ਕੋਈ ਰੂਪ ਨਹੀਂ। ਅਗਰ ਉਸ ਨੂੰ ਵਿਅਕਤੀ ਮੰਨਦੇ ਹਾਂ ਤਾਂ ਲਾਜ਼ਮੀ ਕੋਈ ਰੰਗ ਰੂਪ ਮੰਨਣਾ ਪਏਗਾ। ਸਾਹਿਬ ਕਹਿੰਦੇ, ਚੱਕਰ ਚੇਨ ਅਰ ਬਰਨ ਜਾਤ ਅਰ ਬਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਗਰ ਉਸ ਨੂੰ ਵਿਅਕਤੀ ਮੰਨੀਏ ਤਾਂ ਉਸ ਪਰਮਾਤਮਾ ਦਾ ਕੋਈ ਮਜ਼ਹਬ ਵੀ ਹੋਵੇਗਾ। ਹਿੰਦੂ ਹੋਵੇਗਾ, ਮੁਸਲਿਮ ਹੋਵੇਗਾ, ਸਿੱਖ ਹੋਵੇਗਾ, ਈਸਾਈ ਹੋਵੇਗਾ, ਯਹੂਦੀ ਹੋਵੇਗਾ, ਪਾਰਸੀ ਹੋਵੇਗਾ, ਜੈਨੀ ਹੋਵੇਗਾ, ਬੋਧੀ ਹੋਵੇਗਾ, ਕੁਛ ਨਾ ਕੁਛ ਹੋਵੇਗਾ ਅਗਰ ਉਹ ਵਿਅਕਤੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਤ ਦੇਖੋ, ਫਰਮਾਨ ਕਰਦੇ ਨੇ, ਨਮਸਤੰ ਅਮਜਬੇ ਨਮਸਤਸਤ ਅਜਬੇ। ਤੇਰਾ ਕੋਈ ਮਜ਼ਹਬ ਨਹੀਂ। जब तू रंग रूप रेख तो न्यारा है, जात पात तो न्यारा है, वर्ण भेख तो न्यारा है, तेरा कोई मजहब नहीं है।
तू हिंदू नहीं है, तू सिख भी नहीं है, तू मुस्लिम नहीं है, तू क्रिश्चियन भी नहीं है। शब्द मैं फिर थोड़े सामने रखा गुरु गोबिंद सिंह जी दे। नमस्तं अमजबे, नमस्कार है, तू अमजब है, तेरा कोई मजहब नहीं। नमस्तं अमजबे, नमस्तस्त अजबे, नमस्कार है तेनों, तू अजब स्वरूप है, तू अजब स्वरूप है। दो नुकते होर बयान करके मैं कुछ इतिहास के पन्ने रखने ने थोड़े सामने। अगर उसनों व्यक्ति मन लईए ना, तो व्यक्ति एक समय च इक्को ही थां ते आउंदा है। जिवें तुसीं इत्थे गुरुद्वारा साहब बैठे हो, अपने घर दे च नहीं हो। व्यक्ति एक समय इक्को ही थां ते आउंदा है, सारी थावां ते नहीं आउंदा। अगर परमात्मा भी व्यक्ति है तो सतवें पाताल या सतवें आसमान या कोई से सचखंड बैकुंठ दे च बैठा होएगा, कम से कम इत्थे ते कोई नहीं, व्यक्ति की तरह कोई नहीं। अगर है तो फिर कहो केड़ा व्यक्ति रब है, खुदा है, परमात्मा। व्यक्ति एक समय इक्को ही थां ते आउंदा है, सारी थावां ते नहीं आउंदा। सतगुरां दी बाणी कहंदी है, तू सबनी थाई जिथे हो जाई, साचा सिरजनहार जियो। हे सिरजनहार, मैं जिथे जाना तू उत्थे है, तू ते व्यापक है। व्यक्ति व्यापक नहीं हो सकता। अगर उसनों व्यक्ति मन लईए तो व्यक्ति सर्वकाल भी नहीं है, हर समय नहीं है। जिमें 80, 20, 30, 40, 50, 60 साल पहले नहीं सी। हर एक बार ये गल आखी जा सकती है, तो हर एक 10, 20, 30, 40 साल बाद नहीं होवेगा। बाबा फरीद कहते हैं, फरीदा किथे तेडे मापिया जिन्नी तू जणिया, कल ते मां है सी। बाबा फरीद कहते पता नहीं किथे चली गई। 5 साल पहले ते पिता है सी, अज कोई नहीं। अगर परमात्मा भी व्यक्ति है तो परमात्मा नूं भी काल दे च बयान करना पेगा, समय दे च बयान करना पेगा। इंज आखांगे परमात्मा होया सी या परमात्मा होवेगा। कलगीधर पातशाह कहते अकाल है, अजाल है, उस समय दे च नहीं है। वो है सो है, होया सी नहीं कह सकते, होवेगा नहीं कह सकते, वो है सो है, समय तो बाहर है। अगर परमात्मा नूं व्यक्ति मन लईए, इस नुकते नूं बयान करना जरूरी सी। तो एक होर प्रश्न भी खड़ा होएगा, क्योंकि व्यक्ति दे 2 रूप ने, स्त्री और पुरुष। परमात्मा नर है कि नारी है, स्त्री है कि पुरुष है। इसनों बड़े विस्तार सहित गुरु ग्रंथ साहब जी महाराज ने बयान किया, पर इस वक्त मैं नहीं छेड़ना, क्योंकि आप पुरब मना रहे हो। तो फैसला करना पड़ेगा, परमात्मा स्त्री है कि पुरुष है। अगर व्यक्ति है, जिन्हां ने भी व्यक्ति दे रूप च मने है, वो किधरे पुरुष की पूजा, किधरे नारी की पूजा तो बच नहीं सके। ते गुरु ग्रंथ साहब का फैसला है, जैसा सेवे तैसा होए। जैसा परमात्मा नूं मनोगे वैसे ही हो जाओगे, वैसे हो जाओगे। जिस दे विचार करिए, जिन्हों सोचीए, जिन्हों याद करिए, मनुख दा मन वैसा ही हो जाता है। तन ते एक दिन खाक हो जाना है, राख हो जाना है, अगों साडा संस्कारां दा ढांचा जाता है। अगर उस विच इस्त्री चिंतन सी, इस्त्री दियां यादां सन, इस्त्री दी विचार सी, अगला जन्म फिर इस्त्री दा। महामाई की पूजा करे, नर से नार होए अवतरे, गुरबाणी दा फैसला। वो व्यक्ति नहीं है, इस वास्ते वो स्त्री ते पुरुष भी नहीं है।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਧਨਾਸਰੀ ਰਾਗ ਦੇ ਵਿੱਚ, ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਉ ਕੈਸੇ। ਸੁਨ ਮੰਡਲ ਨਿਰਵਿਚਾਰ ਅਵਸਥਾ, ਉਹਨੂੰ ਸੁਨ ਸਮਾਧੀ ਕਹਿੰਦੇ ਨੇ। ਸੁਨ ਸਮਾਧ ਅਨਹਦ ਤੈਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਜਿਸ ਦਿਨ ਚਲਦੇ ਹੋਏ ਵਿਚਾਰ ਮਨ ਦੇ ਚ ਰੁਕ ਜਾਂਦੇ, ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਜਦ ਕੋਈ ਵੀ ਫੁਰਨਾ ਨਾ ਚਲੇ, ਕੋਈ ਵੀ ਵਿਚਾਰ ਨਾ ਚਲੇ, ਉਹਨੂੰ ਗੁਰੂ ਅਰਜਨ ਦੇਵ ਜੀ ਸੁਨ ਸਮਾਧ ਕਹਿੰਦੇ ਨੇ। ਸੁਖਮਨੀ ਸਾਹਿਬ ਦੀ ਪੰਕਤੀ, ਸੁਨ ਸਮਾਧ ਅਨਹਦ ਤੈਨਾਦ। ਕਿਤਨਾ ਵੀ ਪਾਠ ਕਰਦੇ ਅੰਦਰ ਸਾਡੇ ਵਿਚਾਰ ਚੱਲਦੇ ਨੇ, ਕਿਤਨਾ ਵੀ ਵਾਹਿਗੁਰੂ ਵਾਹਿਗੁਰੂ ਜਪੀ ਅੰਦਰ ਆਪਣੇ ਆਪਣੇ ਫੁਰਨੇ ਚੱਲਦੇ ਨੇ, ਕਿਤਨਾ ਹੀ ਕਥਾ ਕੀਰਤਨ ਸੁਣੀਏ ਤੇ ਕਰੀ ਅੰਦਰ ਫੁਰਨੇ ਚੱਲਦੇ ਨੇ, ਉਹ ਨਹੀਂ ਰੁਕਦਾ। ਸੁਨ ਸਮਾਧ ਅਨਹਦ ਤੈਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਸੁਨ ਸਮਾਧ ਅਵਸਥਾ ਵਿੱਚ ਜ਼ਰਰੇ ਜ਼ਰਰੇ ਨਾਲ ਇੱਕ ਜੁੜਿਆ ਦਿਖਾਈ ਦੇ ਰਿਹਾ ਹੈ। ਮਹਾਰਾਜ ਕਹਿੰਦੇ ਇਸਤਰੀ ਪੁਰਸ਼ ਨਹੀਂ ਹੈ। ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਉ ਕੈਸੇ। ਤਾਂ ਹੁਣ ਮੁਖਤਸਰ ਮੈਂ ਅਰਜ਼ ਕਰਾਂ, ਪ੍ਰਮਾਤਮਾ ਕੀ ਇਹ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਐਸੀ ਸ਼ਕਤੀ ਹੈ, ਰੰਗ ਰੂਪ ਤੋਂ ਨਿਆਰੀ, ਚੱਕਰ ਚੈਨ ਤੋਂ ਨਿਆਰੀ, ਵਰਨ ਜ਼ਾਤ ਤੋਂ ਨਿਆਰੀ, ਮਜ਼ਹਬ ਤੋਂ ਨਿਆਰੀ। ਇੱਕ ਵਿਆਪਕ ਸ਼ਕਤੀ ਹੈ। ਪਰ ਸ਼ਕਤੀ ਤੋਂ ਮੁਰਾਦ ਕਿਧਰੇ ਇਹ ਨਾ ਲੈ ਲੈਣਾ ਕਿ ਜੜ ਹੈ, ਨਹੀਂ, ਚੇਤਨ ਹੈ। ਉਸ ਸ਼ਕਤੀ ਨੂੰ ਭਾਰਤ ਦੇ ਪ੍ਰਾਚੀਨ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਇੰਝ ਕਿਹਾ, ਸਤਿਅਮ ਸ਼ਿਵਮ ਸੁੰਦਰਮ। ਉਹ ਸਤ ਹੈ, ਸਦੀਵੀ ਹੈ। ਸ਼ਿਵਮ ਪ੍ਰਕਾਸ਼ਮਾਨ ਹੈ। ਸ਼ਿਵ ਦੇ ਅਰਥ ਪ੍ਰਕਾਸ਼, ਚਾਨਣਾ, ਪ੍ਰਕਾਸ਼ਮਾਨ ਹੈ। ਸੁੰਦਰਮ ਅਤੀ ਸੁੰਦਰ ਹੈ, ਅਤੀ ਸੁੰਦਰ ਹੈ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਬਿਆਨ ਕਰਦੇ ਨੇ, ਸਤ ਸੁਹਾਣ ਸਦਾ ਮਨ ਚਾਓ। ਤੂੰ ਸਤ ਹੈ, ਸੁਹਾਣ ਅਤੀ ਸੁੰਦਰ ਹੈ, ਸਦਾ ਮਨ ਚਾਓ, ਤੂੰ ਸਦੀਵੀ ਖਿੜਿਆ ਹੋਇਆ, ਆਨੰਦ ਸਰੂਪ ਹੈ। ਵੈਦਿਕ ਰਿਸ਼ੀਆਂ ਨੇ ਵੀ ਐਸਾ ਕਿਹਾ, ਸਤ ਚਿਤ ਆਨੰਦ। ਉਹ ਸਤ ਹੈ, ਚਿਤ ਚੇਤਨ ਹੈ, ਜੜ ਨਹੀਂ ਹੈ। ਸ਼ਕਤੀ ਤੇ ਅਗ ਦੇ ਚ ਵੀ ਹੈ, ਅਗ ਜੜ ਹੈ। ਸ਼ਕਤੀ ਤੇ ਪਾਣੀ ਦੇ ਚ ਵੀ ਹੈ, ਪਾਣੀ ਜੜ ਹੈ। ਸ਼ਕਤੀ ਤੇ ਪਵਨ ਦੇ ਚ ਵੀ ਹੈ, ਪਵਨ ਜੜ ਹੈ। ਪਰਮਾਤਮਾ ਸ਼ਕਤੀ ਹੈ ਪਰ ਚੇਤਨ, ਸਤ ਚਿਤ ਆਨੰਦ, ਆਨੰਦ ਸਰੂਪ ਹੈ। ਇਹੀ ਕਾਰਨ ਹੈ ਕਿ ਮਨੁੱਖ ਦੀ ਚੇਤਨਾ ਸ਼ਕਤੀ ਤੋਂ ਪ੍ਰਭਾਵਿਤ ਹੈ, ਮਨੁੱਖ ਤਾਕਤ ਤੋਂ ਪ੍ਰਭਾਵਿਤ ਹੈ। ਮੈਂ ਸਵੇਰੇ ਇਸ ਵਿਚਾਰ ਨੂੰ ਸਾਹਮਣੇ ਰੱਖਿਆ ਸੀ, ਜਿੱਥੇ ਤਾਣ ਹੁੰਦਾ ਉੱਥੇ ਮਾਣ ਹੁੰਦਾ। ਇਸ ਵਾਸਤੇ ਹਰ ਮਨੁੱਖ ਤਾਣ ਦੀ ਤਲਾਸ਼ ਵਿੱਚ ਹੈ, ਸ਼ਕਤੀ ਦੀ ਤਲਾਸ਼ ਵਿੱਚ ਹੈ। ਤੇ ਦੂਰ ਕਿਉਂ ਜਾਓ, ਪਰਮਾਤਮਾ ਇੱਕ ਸ਼ਕਤੀ ਹੈ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ। ਐਸੀ ਸ਼ਕਤੀ ਜੋ ਰੰਗ ਰੂਪ ਤੋਂ ਨਿਆਰੀ ਹੈ। ਸਾਰਾ ਆਕਾਰ ਉਸ ਤੋਂ ਆਇਆ ਹੈ ਜਿਹਦਾ ਕੋਈ ਆਕਾਰ ਨਹੀਂ। ਸਾਰਾ ਰੂਪ ਉਸ ਤੋਂ ਆਉਂਦਾ ਹੈ ਜਿਹਦਾ ਕੋਈ ਰੂਪ ਨਹੀਂ। ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚਲੋ ਮੈਂ ਅੱਧਾ ਮਿੰਟ ਇਸ ਤੇ ਵੀ ਲੈ ਲਵਾਂ। ਇੱਕ ਫੁੱਲ ਖਿੜਿਆ ਹੈ, ਰੰਗ ਲੈ ਕੇ, ਰੂਪ ਲੈ ਕੇ, ਸੁਗੰਧ ਲੈ ਕੇ, ਆਕਾਰ ਲੈ ਕੇ, ਧਿਆਨ ਬਖਸ਼ਣਾ। ਸਹਿਜੇ ਸਹਿਜੇ ਫੁੱਲ ਮੁਰਝਾ ਗਿਆ, ਰੰਗ ਖੋ ਗਿਆ। ਹੁਣ ਪੁੱਛੀਏ ਰੰਗ ਕਿੱਥੇ ਚਲਾ ਗਿਆ? ਰੰਗ ਉੱਥੇ ਚਲਾ ਗਿਆ ਜਿਹਦਾ ਕੋਈ ਰੰਗ ਨਹੀਂ। ਫਿਰ ਬਹੁਤ ਸੁੱਕ ਗਿਆ, ਫੁੱਲ ਦਾ ਰੂਪ ਵੀ ਖੋ ਗਿਆ। ਇਹ ਰੂਪ ਕਿੱਥੇ ਚਲਾ ਗਿਆ? ਇਹ ਰੂਪ ਉੱਥੇ ਚਲਾ ਗਿਆ ਜਿਹਦਾ ਕੋਈ ਰੂਪ ਨਹੀਂ। ਇੱਕ ਦਿਨ ਫੁੱਲ ਦਾ ਆਕਾਰ ਵੀ ਖੋ ਗਿਆ। ਆਕਾਰ ਕਿੱਥੇ ਚਲਾ ਗਿਆ? ਆਕਾਰ ਉੱਥੇ ਚਲਾ ਗਿਆ ਜਿਹਦਾ ਕੋਈ ਆਕਾਰ ਨਹੀਂ।
ਉਹਨੂੰ ਨਿਰਾਕਾਰ ਕਿਹਾ, ਨਿਰੰਕਾਰ, ਆਕਾਰ ਤੋਂ ਰਹਿਤ, ਕੋਈ ਆਕਾਰ ਨਹੀਂ। ਸਾਰਾ ਆਕਾਰ ਉਸ ਤੋਂ ਆਉਂਦਾ ਹੈ ਜਿਹਦਾ ਕੋਈ ਆਕਾਰ ਨਹੀਂ। ਸਾਰੇ ਰੂਪ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ। ਸਾਰੇ ਰੰਗ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਉਹ ਇੱਕ ਸ਼ਕਤੀ ਹੈ। ਉਸ ਸ਼ਕਤੀ ਨੂੰ ਅਨੇਕਾਂ ਨਾਮ ਦਿੱਤੇ ਗਏ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਕਿਸੇ ਨੇ ਗੋਪਾਲ ਕਿਹਾ, ਕਿਸੇ ਨੇ ਗੋਬਿੰਦ ਕਿਹਾ, ਕਿਸੇ ਨੇ ਰਾਮ ਕਿਹਾ, ਕਿਸੇ ਨੇ ਕਰਤਾਰ ਕਿਹਾ, ਕਿਸੇ ਨੇ ਮਦਸੂਦਨ ਕਿਹਾ, ਗੋਰਖ ਕਿਹਾ, ਵਾਹਿਗੁਰੂ ਕਿਹਾ, ਸਤਨਾਮ ਕਿਹਾ, ਅੱਲਾ ਕਿਹਾ, ਖੁਦਾ ਕਿਹਾ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਗੁਰੂ ਨਾਨਕ ਕਹਿੰਦੇ ਨੇ, ਮੈਂ ਸਦਕੇ ਜਾਣਾ ਜਿਤਨੇ ਵੀ ਤੇਰੇ ਨਾਮ ਨੇ। ਜੈਸੇ ਸੂਰਜ ਦਾ ਕੋਈ ਇੱਕ ਨਾਮ ਤੇ ਨਹੀਂ ਹੈ। ਸੂਰਜ ਨੂੰ ਸਨ ਕਹਿੰਦੇ ਨੇ, ਸੂਰਜ ਨੂੰ ਭਾਨ ਕਹਿੰਦੇ ਨੇ, ਸੂਰਜ ਨੂੰ ਰਵੀ ਕਹਿੰਦੇ ਨੇ, ਸੂਰਜ ਨੂੰ ਸੂਰਜ ਕਹਿੰਦੇ ਨੇ, ਸੂਰਜ ਨੂੰ ਖੁਰਸ਼ੀਦ ਕਹਿੰਦੇ ਨੇ, ਸੂਰਜ ਨੂੰ ਆਫਤਾਬ ਕਹਿੰਦੇ ਨੇ। ਕੋਈ ਇੱਕ ਨਾਮ ਹੈ? ਦੁਨੀਆ ਦੀਆਂ ਸੈਂਕੜੇ ਭਾਸ਼ਾਵਾਂ ਦੇ ਸੂਰਜ ਦੇ ਅਲੱਗ-ਅਲੱਗ ਨਾਮ ਨੇ। ਸੂਰਜ ਦੇ ਅਲੱਗ-ਅਲੱਗ ਨਾਮ ਨੇ, ਕੋਈ ਝਗੜਾ ਨਹੀਂ। ਪਰਮਾਤਮਾ ਦੇ ਅਲੱਗ-ਅਲੱਗ ਨਾਮ ਨੇ, ਬੜੀ ਝਗੜੇ ਨੇ, ਕਲ ਕਲੇਸ਼ ਹੈ, ਬੜੀ ਦੁਬਿਧਾ ਹੈ। ਨਾਮਾਂ ਤੇ ਝਗੜਾ ਹੈ। ਸੂਰਜ ਦੇ ਨਾਮਾਂ ਤੇ ਝਗੜਾ ਨਹੀਂ, ਔਰ ਸੂਰਜ ਦਾ ਇੱਕ ਨਾਮ ਵੀ ਨਹੀਂ ਹੈ। ਸੂਰਜ ਨੂੰ ਸੰਸਕ੍ਰਿਤ ਦੇ 'ਚ ਭਾਨ ਕਹਿੰਦੇ ਨੇ, ਸੰਸਕ੍ਰਿਤ ਦੇ 'ਚ ਰਵੀ ਕਹਿੰਦੇ ਨੇ। ਦੋ ਨਾਮ ਨੇ। ਰਵੀ ਇਹ ਭਾਨ ਹੈ, ਇਹ ਰਵੀ ਹੈ, ਇਹ ਸੂਰਜ ਹੈ, ਇਹ ਆਫਤਾਬ ਹੈ, ਇਹ ਖੁਰਸ਼ੀਦ ਹੈ, ਇਹ ਸਨ ਹੈ। ਕਬੂਲ ਹੈ, ਠੀਕ ਹੈ। ਜਿਹੜਾ ਸਨ ਹੈ ਉਹੀ ਆਫਤਾਬ ਹੈ, ਜੋ ਆਫਤਾਬ ਹੈ ਉਹੀ ਖੁਰਸ਼ੀਦ ਹੈ, ਜਿਹੜਾ ਖੁਰਸ਼ੀਦ ਹੈ ਉਹੀ ਸੂਰਜ ਹੈ, ਜਿਹੜਾ ਸੂਰਜ ਹੈ ਉਹੀ ਭਾਨ ਹੈ, ਜਿਹੜਾ ਭਾਨ ਹੈ ਉਹੀ ਰਵੀ ਹੈ। ਸਾਨੂੰ ਕਬੂਲ ਹੈ। ਪਰ ਜਿਹੜਾ ਖੁਦਾ ਹੈ ਉਹੀ ਰਾਮ ਹੈ, ਜਿਹੜਾ ਰਾਮ ਹੈ ਉਹੀ ਅੱਲਾ ਹੈ, ਜਿਹੜਾ ਅੱਲਾ ਹੈ ਉਹੀ ਗੋਬਿੰਦ ਹੈ। ਇਸ ਤੇ ਬੜੇ ਝਗੜੇ ਨੇ, ਇਸ ਤੇ ਬੜਾ ਕਲੇਸ਼ ਹੈ, ਇਸ ਤੇ ਬੜਾ ਅਨਰਥ ਹੈ। ਇਸ ਵਾਸਤੇ ਪਤਾ ਹੈ ਧਾਰਮਿਕ ਸਿਆਣੇ ਪੁਰਸ਼ ਕੀ ਕਹਿੰਦੇ ਨੇ, ਜਿਤਨੀ ਅਗਿਆਨਤਾ ਧਰਮ ਦੀ ਦੁਨੀਆ ਦੇ 'ਚ ਹੈ, ਇਤਨੀ ਅਗਿਆਨਤਾ ਸਮਾਜ ਦੇ 'ਚ, ਅਰਥ ਵਿਵਸਥਾ ਦੇ 'ਚ ਔਰ ਰਾਜਨੀਤੀ ਦੇ 'ਚ ਨਹੀਂ ਹੈ। ਜਿਤਨਾ ਅਗਿਆਨ ਧਰਮ ਦੀ ਦੁਨੀਆ 'ਚ, ਸਮਾਜ ਦੇ ਸੰਬੰਧਾਂ ਦੇ 'ਚ, ਅਰਥ ਵਿਵਸਥਾ ਦੇ 'ਚ, ਰਾਜਨੀਤੀ ਦੇ 'ਚ ਇਤਨੀ ਮੂੜਤਾ ਨਹੀਂ ਹੈ ਜਿਤਨੀ ਮੂੜਤਾ ਧਰਮ ਦੀ ਦੁਨੀਆ 'ਚ। ਦਸੋਂ ਗੁਰੂ ਸਾਹਿਬਾਨ ਨੇ ਸਾਨੂੰ ਗਿਆਨ ਦਾ ਪੁਜਾਰੀ ਬਣਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਸਰੂਪ ਨੇ। ਔਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਗਿਆਨ ਗੁਰੂ ਆਤਮ ਉਪਦੇਸੋ ਨਾਮ ਬੇਬਹੁਤ ਲਗਾ। ਇੱਕੋ ਹੀ ਪੁੰਨ ਹੈ ਗਿਆਨ, ਉਸ ਮਨੁੱਖ ਤੋਂ ਸਭ ਕੁਝ ਠੀਕ ਹੋਵੇਗਾ। ਇੱਕੋ ਹੀ ਪਾਪ ਹੈ ਅਗਿਆਨ, ਇਹ ਜੋ ਕੁਝ ਵੀ ਕਰੇਗਾ ਗਲਤ ਕਰੇਗਾ, ਠੀਕ ਹੋ ਹੀ ਨਹੀਂ ਸਕਦਾ। ਇਸ ਨੂੰ ਪੂਰਨ ਖੁਲਾਸੇ ਦੇ ਰੂਪ ਵਿੱਚ ਤੇ ਕਿਸੇ ਵਕਤ ਮੈਂ ਫਿਰ ਬਿਆਨ ਕਰਾਂਗਾ, ਪਰ ਹੁਣ ਇਤਨਾ ਹੀ ਅਰਜ਼ ਕਰਾਂ, ਪਰਮਾਤਮਾ ਇੱਕ ਸ਼ਕਤੀ ਹੈ, ਇੱਕ ਸ਼ਕਤੀ ਹੈ, ਇੱਕ ਤਾਕਤ ਹੈ। ਇਸ ਸ਼ਕਤੀ ਨੂੰ ਦੋ ਨਾਮ ਦਿੱਤੇ ਨੇ, ਸਤ ਤੇ ਸਤਾ। ਸਤ ਤੇ ਸਤਾ। ਇੱਕ ਮਨੁੱਖ ਕੋਲ ਬਾਹਰ ਦੀ ਤਾਕਤ ਹੈ। ਸਾਡੇ ਦੇਸ਼ ਦੇ 'ਚ ਇੱਕ ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹਿਨਸਰ ਬਾਹੂ, ਹਜ਼ਾਰਾਂ ਬਾਵਾਂ ਵਾਲਾ ਰਿਸ਼ੀ। ਹਜ਼ਾਰਾਂ ਬਾਵਾਂ ਨਹੀਂ ਆਉਂਦੀਆਂ। ਅਗਰ ਹਜ਼ਾਰਾਂ ਬਾਵਾਂ ਇੱਕ ਬੰਦੇ ਦੀਆਂ ਹੋਣ ਤੇ ਸਾਰੇ ਹਾਲ 'ਚ ਮੇਰੇ ਖਿਆਲ ਇੱਕੋ ਹੀ ਬੰਦਾ ਬੈਠੇਗਾ। ਮੁਸ਼ਕਿਲ ਹੈ ਇੱਕ ਵੀ ਬੈਠ ਸਕੇ। ਹਜ਼ਾਰਾਂ ਬਾਵਾਂ, ਉਹ ਚੱਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ? ਜਿਹੜੇ ਸਮਝਾਉਣ ਦੇ ਪ੍ਰਤੀਕ ਨੇ ਨਾ, ਅਗਰ ਉਹਨਾਂ ਦੀ ਕੋਈ ਗਹਿਰਾਈ 'ਚ ਨਾ ਜਾਵੇ ਤਾਂ ਬੜੇ ਭੁਲੇਖੇ ਪੈ ਜਾਂਦੇ ਨੇ। ਸਹਿਨਸਰ ਬਾਹੂ, ਦੋ ਹੱਥਾਂ ਦੇ 'ਚ ਹਜ਼ਾਰਾਂ ਹੱਥਾਂ ਵਰਗੀ ਤਾਕਤ। ਦੋ ਹੱਥਾਂ 'ਚ ਇਤਨੀ ਸਮਰੱਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੁੜ ਜਾਣ ਉਸ ਦੇ ਅੱਗੋਂ, ਤਾਂ ਸਹਿਨਸਰ ਬਾਹੂ ਹੋ ਗਏ। ਔਰ ਕੀ ਹੈ?
ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ। ਸਹਿਨਸਰ ਵਾਓ। 10 ਸਿਰ ਕਹਿੰਦੇ ਰਾਵਣ ਦੇ 10 ਸਿਰ ਸਨ। ਨਹੀਂ, 10 ਸਿਰ ਜਿਤਨਾ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ। 10 ਸਿਰ ਜਿਤਨਾ ਯਾਦ ਕਰ ਸਕਦੇ ਨੇ ਉਹ ਕੱਲਾ ਕਰਦਾ ਸੀ। ਤਦੇ ਤੇ ਉਸ ਦੀ ਲੰਕਾ ਸੋਨੇ ਦੀ ਸੀ। ਤਦੀ ਤੇ ਚੰਦ ਸੂਰਜ ਤਾਂ ਕਿ ਤਪਤ ਰਸੋਈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਸ ਜ਼ਮਾਨੇ 'ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ 'ਚ। ਉਸ ਜ਼ਮਾਨੇ 'ਚ ਸਾਇੰਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ, ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ। ਮਹਿਲਾਂ ਦੇ ਕਲਸ਼ ਉਹਨੇ ਸੋਨੇ ਨਾਲ ਲਾਇਆ, ਲੱਦੇ ਹੋਏ। ਇਸ ਵਾਸਤੇ ਸਵਰਨ ਲੰਕਾ ਉਸ ਨੂੰ ਕਹਿੰਦੇ ਸਨ। ਹਰ ਪੱਖ 'ਚੋਂ ਸਿਆਣਾ ਸੀ, ਬੜਾ ਬੁੱਧੀਮਾਨ ਸੀ, ਸ਼ਿਵ ਜੀ ਦਾ ਭਗਤ ਸੀ। ਇਸ ਕਥਾ ਨੂੰ ਵੀ ਮੈਂ ਛੇੜਿਆ ਤੇ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ, ਸਮਾਂ ਇਸ 'ਚ ਲੱਗ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ। ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ। ਚੌਬੋਲੇ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦੀ ਬਾਣੀ। ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟ। ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਦਾ ਸੌਦਾ ਜੇ ਕਿਧਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤਾਂ ਪਰਮਾਤਮਾ ਧਨਵਾਨਾਂ ਦੀ ਤਿਜੋਰੀ ਦੇ ਚਾਹੁੰਦਾ। ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟ। ਸੱਟਾ ਵੱਟਾ ਦਮੜੀਆਂ ਦੇ ਨਾਲ ਸੱਟਾ ਵੱਟਾ ਹੋ ਸਕਦਾ, ਪਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ। ਤੋ ਰਾਵਣ ਹੋਤੇ ਸੋ ਰੰਕ ਨੇ। ਰਾਵਣ ਕੋਈ ਭਿਖਾਰੀ ਨਹੀਂ ਸੀ। ਜਿਨ ਸਿਰ ਦੀਨੇ ਕਾਟ, ਜਿਹਨੇ ਆਪਣਾ ਸੀਸ ਕੱਟ ਕੇ ਸ਼ਿਵ ਜੀ ਦੇ ਅੱਗੋਂ ਰੱਖ ਦਿੱਤਾ। ਕਿਉਂਕਿ ਉਹਦਾ ਇੱਕ ਸਿਰ 10 ਸਿਰਾਂ ਵਰਗਾ ਸੀ। ਉਹ ਇਤਨਾ ਸੋਚਦਾ ਸੀ ਜਿਵੇਂ 10 ਸਿਰ ਕੋਈ ਸੋਚਣ। ਉਹਦੇ ਇਤਨੇ ਪ੍ਰਬਲ ਵਿਚਾਰ ਸਨ, 10 ਸਿਰ ਵੀ ਨਹੀਂ ਸੋਚ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 5 ਸਿਰਾਂ ਦੀ ਮੰਗ ਕੀਤੀ ਸੀ, ਤਾਂ 5 ਖੜੇ ਹੋਏ। ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ, ਰਾਵਣ ਕੱਟ ਕੇ ਅੱਗੋਂ ਰੱਖਦਾ। ਇਸ ਹਿਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ। ਤੇ ਰਾਵਣ ਕਹਿੰਦਾ ਹੈ, ਐ ਸ਼ਿਵ ਜੀ, ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਵਧਿਆ ਹੱਥ ਨਹੀਂ ਹੈ, ਮੈਂ ਉਸ ਸਿਰ ਨੂੰ ਕੀ ਕਰਾਂ। ਠੀਕ ਹੈ, ਮੈਂ ਸੋਚ ਲੈਣਾ, ਵਿਚਾਰ ਲੈਣਾ, ਆਲਮ ਫਾਜ਼ਲ ਹਾਂ, ਵਿਦਵਾਨ ਹਾਂ, 4 ਵੇਦਾਂ ਦਾ ਪਾਠੀ ਹਾਂ ਤੇ 4 ਵੇਦਾਂ ਦਾ ਗਿਆਤਾ ਵੀ ਹਾਂ, ਪਰ ਇਸ ਸਿਰ ਦੇ ਉੱਤੇ ਤੇਰਾ ਮਿਹਰ ਭਰਿਆ ਹੱਥ ਨਹੀਂ ਹੋਇਆ, ਮੈਨੂੰ ਆਸ਼ੀਰਵਾਦ ਨਹੀਂ ਮਿਲੇ, ਮੈਂ ਸਿਰ ਨੂੰ ਕੀ ਕਰਾਂ। ਇਤਨਾ ਸਿਆਣਾ, ਇਤਨਾ ਵੱਡਾ ਭਗਤ। ਇਹ ਸ਼ਿਵ ਜੀ ਦਾ ਭਗਤ ਸੀ। ਰਾਮ ਵੀ ਸ਼ਿਵ ਜੀ ਦੇ ਭਗਤ ਸਨ। ਰਾਮੇਸ਼ਵਰਮ ਦੇ ਸ਼ਿਵ ਜੀ ਦੀ ਪੂਜਾ ਕਰਕੇ ਹੀ ਰਾਮ ਨੇ ਲੰਕਾ ਤੇ ਚੜਾਈ ਕੀਤੀ। ਦੋਵੇਂ ਸ਼ਿਵ ਜੀ ਦੇ ਭਗਤ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਟ। ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਸਾਰੀ ਦੁਨੀਆ 'ਚ, ਖਾਸ ਕਰਕੇ ਸਾਡੇ ਦੇਸ਼ 'ਚ ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਹੈ ਰਾਵਣ ਦਾ। ਇੰਨੀ ਬੇਇੱਜ਼ਤੀ ਅੱਜ ਤੱਕ ਕਿਸੇ ਦੀ ਵੀ ਨਹੀਂ ਹੋਈ ਜਿੰਨੀ ਉਸਦੀ ਹੋਈ ਹੈ। ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਜਾਂ 2 ਦਫਾ, ਸਾਲ ਦੇ ਸਾਲ ਜਲਾਇਆ ਜਾਂਦਾ ਹੈ। ਹੈਰਾਨਗੀ। ਪੁਤਲਾ ਖੜਾ ਕਰ ਦੇਣਗੇ, ਸਾਰਾ ਦਿਨ ਲੋਕੀ ਮੱਥਾ ਵੀ ਟੇਕ ਦੇਣ। ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ, ਪ੍ਰਸ਼ਾਦ ਵੀ ਰੱਖਣਗੇ। ਭਈ ਹੱਦ ਹੋ ਗਈ, ਜਿਹਨੂੰ ਫੂਕ ਦੇਣਾ ਹੈ ਤੇ ਜਿਹੜਾ ਕਹਿੰਦੇ ਉਹ ਵਾਕਈ ਦੁਸ਼ਟ ਸੀ, ਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀਮਤ। ਪ੍ਰਾਣਾਂ ਵਿੱਚ ਅਹਿਸਾਸ ਹੈ, ਵੇਦਾਂ ਦਾ ਗਿਆਨੀ ਸੀ, ਸ਼ਿਵ ਜੀ ਦਾ ਭਗਤ ਸੀ। ਇਹ ਵੀ ਮੈਂ ਅਰਜ਼ ਕਰਾਂ, ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ, ਜਲਾਉਣ ਤੋਂ ਪਹਿਲੇ ਰਾਮ ਵੀ ਪਰਿਕਰਮਾ ਕਰਦਾ ਹੈ ਉਸ ਦੀ। ਔਰ ਲੰਬੀ ਚੌੜੀ ਗੱਲ ਹੈ, ਜਦ ਮਰਨ ਲੱਗਿਆ ਸੀ ਰਾਵਣ, ਦਮ ਤੋੜਨ ਲੱਗਾ, ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ,
ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਉੱਠ ਕੇ ਜਾ ਰਿਹਾ ਹੈ। ਬੜੀਆਂ ਵਿਚਾਰਾਂ, ਬੜੀ ਸਿਆਣਪ, ਬੜੀ ਸੂਝ-ਬੂਝ, ਇਹ ਵੀ ਇਹਦੇ ਨਾਲ ਚਲੀ ਜਾਏਗੀ। ਇਹਦਾ ਆਖਰੀ ਦਮ ਟੁੱਟੇ ਤੂੰ ਇਸ ਦੇ ਕੋਲੋਂ ਕੁਛ ਨਾ ਕੁਛ ਲੈ ਕੇ ਆ। ਜਿਸ ਪੁਰਸ਼ ਦੇ ਕੋਲੋਂ ਰਾਮ ਆਪਣੇ ਭਰਾ ਨੂੰ ਗਿਆਨ ਲੈਣ ਵਾਸਤੇ ਭੇਜਦੇ ਨੇ, ਉਹ ਮਨੁੱਖ ਕੋਈ ਮਾਮੂਲੀ ਨਹੀਂ ਸੀ। ਗੁਰੂ ਅਰਜਨ ਦੇਵ ਜੀ ਨੇ ਉਸਦੀ ਰੂਪ ਰੇਖਾ ਸਾਹਮਣੇ ਰੱਖ ਦਿੱਤੀ ਹੈ। ਲਕਸ਼ਮਣ ਦੀ ਜੈਸੀ ਤਬੀਅਤ ਸੀ, ਕਿਉਂਕਿ ਗੁੱਸੇ 'ਚ ਆ ਕੇ ਉਹ ਰਾਵਣ ਦੀ ਭੈਣ ਦੀ ਨੱਕ ਕੱਟ ਚੁੱਕਿਆ ਸੀ। ਇਹ ਸੰਤ ਦਾ ਕੰਮ ਨਹੀਂ ਹੈ ਨੱਕ ਕੱਟਣਾ, ਤੇ ਇਸਤਰੀ ਨੂੰ ਹਮੇਸ਼ਾ ਲਈ ਕਰੂਪ ਕਰ ਦੇਣਾ। ਸਵੈੰਬਰ ਦੀ ਪ੍ਰਥਾ ਉਹਨਾਂ ਦਿਨਾਂ 'ਚ ਆਮ ਸੀ। ਸਵੈੰਬਰ, ਬੱਚੀ ਆਪਣਾ ਵਰ ਖੁਦ ਚੁਣਦੀ ਸੀ। ਇਹ ਆਮ ਪ੍ਰਥਾ ਸੀ। ਸੀਤਾ ਨੇ ਵੀ ਖੁਦ ਚੁਣਿਆ ਸੀ, ਦ੍ਰੋਪਦੀ ਨੇ ਵੀ ਖੁਦ ਚੁਣਿਆ ਸੀ। ਸਵੈਮ ਵਰ ਚੁਣਨਾ ਹੈ, ਆਪ ਵਰ ਚੁਣਨਾ ਹੈ। ਸਮਾਜ ਦੀ ਵਿਵਸਥਾ ਐਸੀ ਸੀ। ਅਗਾਂਹ ਚੱਲ ਕੇ ਦੇਖਿਆ ਗਿਆ ਕਿ ਬੱਚੀਆਂ ਜਜ਼ਬੇ ਦੇ ਤਹਿਤ ਕਈ ਦਫਾ ਵਰ ਦੀ ਗਲਤ ਚੁਣਾਵ ਕਰ ਲੈਂਦੀਆਂ। ਜ਼ਿੰਦਗੀ 'ਚ ਪਛਤਾਣਾ ਪੈਂਦਾ ਔਰ ਬੱਚੇ ਰੁੱਲ ਜਾਂਦੇ ਨੇ। ਸਵੈੰਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇਸ਼ ਨਾਕਾਮ ਹੋ ਕੇ ਰੱਦ ਕਰ ਦਿੱਤਾ ਗਿਆ ਵੀ ਨਹੀਂ, ਬੱਚੀ ਸਵੈਮ ਨਹੀਂ ਚੁਣੇਗੀ। ਸਿਰਫ ਇਸ ਕੋਲ ਜਜ਼ਬੇ ਹੀ ਹੁੰਦੇ ਨੇ, ਸਿਰਫ ਇਸ ਕੋਲ ਭਾਵਕਤਾ ਹੁੰਦੀ ਹੈ, ਇਹਦੇ ਕੋਲ ਦੂਰ ਦ੍ਰਿਸ਼ਟੀ ਨਹੀਂ ਆਉਂਦੀ। ਸਵੈੰਬਰ ਭਾਰਤ ਦੇ 'ਚ ਫੇਲ ਹੋਇਆ। ਸਵੈੰਬਰ ਅਮਰੀਕਾ ਤੇ ਯੂਰਪ ਦੇ ਦੇਸ਼ਾਂ 'ਚ ਫੇਲ ਹੋ ਰਿਹਾ ਹੈ। ਕੈਲੀਫੋਰਨੀਆ ਦੇ ਡਾਕਟਰ ਮਨਜੀਤ ਸਿੰਘ ਨੇ ਮੈਨੂੰ ਦੱਸਿਆ 87% ਸ਼ਾਦੀਆਂ ਕੈਲੀਫੋਰਨੀਆ 'ਚ ਤਲਾਕ ਹੋ ਜਾਂਦੀਆਂ, ਨਹੀਂ ਨਿਭਦੀਆਂ, ਟੁੱਟ ਜਾਂਦੀਆਂ। ਹਾਲਾਂਕਿ ਖੁਦ ਚੁਣਿਆ ਹੁੰਦਾ ਹੈ, ਖੁਦ ਸ਼ਾਦੀਆਂ ਕੀਤੀਆਂ, ਮਾਂ ਬਾਪ ਦੀ ਮਦਾਖਲਤ ਵੀ ਨਹੀਂ, ਸਮਾਜ ਦੀ ਮਦਾਖਲਤ ਹੀ ਨਹੀਂ, ਫਿਰ ਕਿਉਂ ਨਹੀਂ ਨਿਭਦੀ? ਸਿਰਫ ਫੋਕੇ ਜਜ਼ਬਿਆਂ ਦੇ ਤਹਿਤ ਚੁਣਾਵ ਹੁੰਦਾ ਹੈ। ਜਜ਼ਬੇ ਠੰਡੇ ਪੈ ਗਏ, ਤਲਾਕ ਹੋ ਗਿਆ। ਇੱਕ ਸਟੇਟ ਦੇ ਅੰਦਰ, ਬਾਕੀ ਸਟੇਟਾਂ 'ਚ ਨਹੀਂ, ਇੱਕ ਸਟੇਟ ਦੇ 87% ਸ਼ਾਦੀਆਂ ਤਲਾਕ ਹੋ ਜਾਂਦੀਆਂ। ਸਵੈੰਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਵਿੱਚ ਫੇਲ ਹੋਇਆ। ਸਮਾਜ ਨੇ ਰੱਦ ਕਰ ਦਿੱਤਾ ਬਈ ਨਹੀਂ, ਆਇੰਦਾ ਬੱਚੀ ਖੁਦ ਚੁਣਾਵ ਨਹੀਂ ਕਰੇਗੀ तो उस पर उंगल उठाएगी समाज, ये बच्ची गलत है। यूरोप देश, अमेरिका, कैनेडा ਦਾ ਸਵੈੰਬਰ ਫੇਲ ਹੋ ਰਿਹਾ। ਪਰ ਰਾਵਣ ਤੇ ਸ਼੍ਰੀ ਰਾਮ ਦੇ ਸਮੇਂ ਸਵੈੰਬਰ ਆਮ ਸੀ। ਸਰੂਪਨਖਾ ਨੇ ਲਕਸ਼ਮਣ ਨੂੰ ਚੁਣ ਲਿਆ ਸੀ। ਵਰਮਾਲਾ ਪਹਿਨਾਉਣ ਲੱਗੀ, ਲੰਬੀ ਚੌੜੀ ਕਥਾ ਹੈ, ਉਹਨੇ ਗੁੱਸੇ 'ਚ ਉਹਦੀ ਨੱਕ ਕੱਟ ਦਿੱਤੀ। ਤੇ ਸਰੂਪਨਖਾ ਉਹਨਾਂ ਦਿਨਾਂ 'ਚ ਸਰੀਰ ਦੇ ਅੰਗ ਤੇ ਮਨ ਦੇ ਸੁਭਾਅ ਦੇ ਮੁਤਾਬਕ ਨਾਮ ਰੱਖੇ ਜਾਂਦੇ ਸਨ। ਸਰੂਪਨਖਾ ਉਹਦੇ ਨੈਣ ਨਕਸ਼ ਬਹੁਤ ਅੱਛੇ ਸਨ। ਤੇ ਲਕਸ਼ਮਣ ਨੇ ਕਿਹਾ ਨੱਕ ਕਰਕੇ ਹੀ ਤੂੰ ਖੂਬਸੂਰਤ ਲੱਗਦੀ ਪਈ ਹੈ, ਬਹੁਤ ਮੈਂ ਹੀ ਕੱਟ ਦਿੱਤੀ ਉੱਥੇ। ਏਸ਼ੀਆ ਦਾ ਇਲਾਕਾ ਐਸਾ ਹੈ, ਹੋਰ ਕੁਝ ਬਰਦਾਸ਼ਤ ਕਰ ਲਵੇ, ਲੇਕਿਨ ਭਰਾ ਭੈਣ ਦੀ ਤੋਹੀਨ ਤੇ ਭੈਣ ਦੀ ਗੱਲ ਨਹੀਂ ਬਰਦਾਸ਼ਤ ਕਰਦਾ। ਰਾਵਣ ਦੀ ਭੈਣ ਸੀ, ਆਮ ਬੰਦਾ ਨਹੀਂ ਬਰਦਾਸ਼ਤ ਕਰਦਾ, ਉਹ ਤੇ ਰਾਜਾ ਸੀ, ਬਦਲੇ ਦੀ ਭਾਵਨਾ ਤੇ ਆ ਗਿਆ। ਠੀਕ ਹੈ, ਸਿਆਣਾ ਸੀ, ਵਿਦਵਾਨ ਸੀ, ਸ਼ਿਵਜੀ ਦਾ ਭਗਤ ਸੀ, ਪਰ ਭੈਣ ਦੀ ਨੱਕ ਕੱਟੀ। ਇਤਿਹਾਸ ਦੇ ਨਿੱਕੇ ਪਹਿਲੂ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਲਕਸ਼ਮਣ ਗਿਆ ਗਿਆਨ ਲੈਣ ਵਾਸਤੇ, ਰਾਵਣ ਦੇ ਸਿਰ ਦੇ ਭਾਰ ਖੜਾ ਹੋਇਆ ਔਰ ਕਹਿੰਦਾ ਬ੍ਰਾਹਮਣ ਦੇਵਤਾ, ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ, ਬੜੀ ਸਮਝ ਹੈ ਹਰ ਪਹਿਲੂ ਦੀ, ਜੋ ਕੀਮਤੀ ਤੋਂ ਕੀਮਤੀ ਵਿਚਾਰਧਾਰਾ ਹੋਵੇ, ਤੁਸੀਂ ਜਾ ਰਹੇ ਹੋ ਜਗਤ ਤੋਂ, ਦੱਸ ਕੇ ਜਾਓ। ਰਾਵਣ ਨੇ ਅੱਖ ਜ਼ਰੂਰ ਖੋਲੀ ਹੈ ਔਰ ਘਿਰਣਾ ਭਰੀ ਮੁਸਕਰਾਹਟ ਵੀ ਚਿਹਰੇ ਤੇ ਆਈ, ਫਿਰ ਅੱਖਾਂ ਬੰਦ ਹੋ ਗਈਆਂ। ਲਕਸ਼ਮਣ ਵਾਪਸ ਆ ਗਏ। ਰਾਮ ਨੂੰ ਕਹਿੰਦਾ ਭਗਵਾਨ, ਉਹ ਤੇ ਬੋਲਦਾ ਹੀ ਨਹੀਂ। ਪਤਾ ਹੈ ਰਾਮ ਨੇ ਕੀ ਆਖਿਆ? ਤੈਨੂੰ ਬੁਲਾਉਣ ਦੀ ਜਾਚ ਨਹੀਂ ਆਈ, ਤੈਨੂੰ ਗਿਆਨ ਲੈਣ ਦਾ ਢੰਗ ਨਹੀਂ ਆਇਆ, ਜਾ, ਉਹ ਵਿਦਵਾਨ ਹੈ, ਸ਼ਿਵਜੀ ਦਾ ਭਗਤ, ਉਹਦੇ ਕਦਮਾਂ ਦੇ 'ਚ ਖੜਾ, ਉਹਦੇ ਪੈਰਾਂ ਤੇ ਮੱਥਾ ਟੇਕ, ਫਿਰ ਹੱਥ ਜੋੜ ਕੇ ਮੰਗ ਕਰ। ਇੰਜ ਗਿਆਨ ਦੀ ਮੰਗ ਕਰੀ ਦੀ ਹੈ।
ਜਿਹਦੇ ਕਦਮਾਂ ਦੇ ਚ ਰਾਮ ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਹਦੇ ਕੋਲੋਂ ਗਿਆਨ ਲੈਣਾ ਚਾਹੁੰਦੇ ਨੇ, ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ, ਮਾਮੂਲੀ ਨਹੀਂ ਹੋ ਸਕਦਾ। ਅਦ ਕਿ ਇਸ ਤਰ੍ਹਾਂ ਕੀਤਾ ਤੇ ਰਾਵਣ ਨੇ ਜਿਹੜੀ ਆਖਰੀ ਗੱਲ ਕੀਤੀ, ਲਕਸ਼ਮਣ ਮਨੁੱਖ ਦੀ ਜ਼ਿੰਦਗੀ 'ਚ ਕੱਲ ਕਤਈ ਨਹੀਂ ਆਉਂਦਾ, ਜੋ ਕਰਨਾ ਅੱਜ ਕਰ। ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰੀ, ਪੋਸਟਪੋਨ ਨਾ ਕਰੀ, ਕੱਲ ਤੇ ਨਾ ਛੁੱਟੀ। ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇਂ, ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੀ। ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੀ, ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ। ਗੁਰੂ ਅਰਜਨ ਦੇਵ ਜੀ ਦਾ ਵਾਕ, ਜਿਨ੍ਹਾਂ ਦਾ ਪੁਰਬ ਮਨਾ ਰਿਹਾ, ਪਾਤਸ਼ਾਹ ਕਹਿੰਦੇ ਨੈ ਬਿਲੰਬ ਧਰਮੰ ਬਿਲੰਬ ਪਾਪੰ। ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ, ਸਾਹਿਬ ਕਹਿੰਦੇ ਬਿਲੰਬ ਨਹੀਂ ਕਰਨੀ, ਦੇਰੀ ਨਹੀਂ ਕਰਨੀ। ਕਿਉਂ ਦੇਰੀ ਕਰੇਗਾ? ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ, ਫਿਰ ਤੂੰ ਉਹ ਨਹੀਂ ਕਰ ਸਕੇਗਾ। ਬਿਲੰਬ ਪਾਪੰ, ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਹੈ, ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ। ਲੇਕਿਨ ਹੁੰਦਾ ਕੀ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਚੰਗੀਆਂ ਆਈਆਂ ਆਲਕ ਕਰੇ ਬੁਰਿਆਈ ਹੋਵੇ ਸੇਰ। ਬੁਰਾ ਸੰਕਲਪ ਪੈਦਾ ਹੋਇਆ, ਬੰਦਾ ਤਤ ਛਿਨ ਕਰਦਾ ਹੈ। ਚੰਗਾ ਸੰਕਲਪ ਪੈਦਾ ਹੁੰਦਾ, ਸੋਚਦਾ ਕੱਲ ਸੋਚਾਂਗੇ, ਪਰਸੋਂ ਸੋਚਾਂਗੇ। ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ, ਚੰਗਿਆਈਆਂ ਤੋਂ ਬਚਦਾ ਜਾ ਰਿਹਾ, ਕਿਉਂਕਿ ਚੰਗਿਆਈਆਂ ਨੂੰ ਪੋਸਟਪੋਨ ਕਰਦਾ ਹੈ। ਚੰਗੀਆਂ ਆਈਆਂ ਆਲਕ ਕਰੇ ਬੁਰਿਆਈ ਹੋਵੇ ਸੇਰ। ਇਹ ਮਹਾਨ ਗਿਆਨ ਰਾਵਣ ਨੇ ਲਕਸ਼ਮਣ ਨੂੰ ਦਿੱਤਾ ਹੈ। ਹੁਣ ਪ੍ਰਸ਼ਨ ਖੜਾ ਹੋਵੇਗਾ, ਹਾਰ ਕਿਉਂ ਗਏ? ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਰਾਮ ਤੋਂ ਨਹੀਂ ਹਾਰੇ, ਆਪਣੇ ਭਰਾ ਤੋਂ ਹਾਰੇ ਨੇ, ਵਿਭੀਸ਼ਣ ਤੋਂ। ਸਾਰੇ ਸੀਕ੍ਰੇਟ, ਸਾਰਾ ਰਾਜ਼ ਭਰਾ ਨੇ ਦੱਸ ਦਿੱਤਾ, ਵਿਭੀਸ਼ਣ ਨੇ। ਔਰ ਚਾਣਕ ਰਿਸ਼ੀ ਕਹਿੰਦੇ ਨੇ ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ ਹੈ, ਭਰਾ ਦੇ ਵਾਰ ਤੋਂ ਨਹੀਂ ਬਚ ਸਕਦਾ। ਕਿਉਂ? ਭਰਾ ਨੂੰ ਸਭ ਕੁਝ ਪਤਾ ਹੈ, ਸਭ ਕੁਝ ਪਤਾ ਹੈ। ਹੋ ਸਕਦਾ ਹੈ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ, ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ। ਭਰਾ ਦਾ ਵਾਰ ਖਾਲੀ ਨਹੀਂ ਹੋਵੇ। ਇਸ ਵਾਸਤੇ ਆਮ ਦੁਸ਼ਮਣਾਂ ਦੇ ਇਤਨੀ ਦੁਸ਼ਮਣੀ ਨਹੀਂ ਪਾਈ ਜਾਂਦੀ, ਨਹੀਂ ਦੇਖੀ ਜਾਂਦੀ। ਕਈ ਦਫਾ ਭਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ, ਬੜੀ ਭਿਅੰਕਰ। ਵਿਭੀਸ਼ਣ ਨੇ ਸਾਰੇ ਰਾਜ਼ ਦੱਸ ਦਿੱਤੇ ਨੇ। ਵਿਭੀਸ਼ਣ ਭਰਾ ਸੀ ਰਾਵਣ ਦਾ, ਸਾਰੇ ਸੀਕ੍ਰੇਟ ਦੱਸ ਦਿੱਤੇ। ਇਸ ਵਾਸਤੇ ਭਾਰਤ ਦੇ ਚੋਟੀ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਹਾਰਿਆ ਹੈ ਭਰਾ ਦੀ ਮਾਰ ਤੋਂ। तो भारत ਦੇ ਚ ਬੋਲ ਪ੍ਰਚਲਿਤ ਨੇ, ਘਰ ਕਾ ਬੇਦੀ ਲੰਕਾ ਡਾਲੇ। ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ? ਮਨੁੱਖ ਦੀ ਫਿਤਰਤ ਹੈ, ਜੋ ਹਾਰ ਜਾਏ ਉਹ ਸ਼ੈਤਾਨ ਹੁੰਦਾ ਹੈ, ਜੋ ਜਿੱਤ ਜਾਏ ਉਹ ਭਗਵਾਨ ਹੁੰਦਾ ਹੈ। ਕੁਦਰਤੀ ਗੱਲ ਹੈ, ਸਭ ਰੱਬੋਂ ਖੇਡ ਹੈ, ਮਨੁੱਖ ਪ੍ਰਭਾਵਿਤ ਹੈ। ਜੋ ਜਿੱਤਦਾ ਹੈ ਉਹ ਜੋ ਹੈ ਭਗਵਾਨ ਹੈ, ਜੋ ਹਾਰ ਜਾਏ ਉਹ ਸ਼ੈਤਾਨ ਹੈ। ਇਸ ਤਰ੍ਹਾਂ ਹੀ ਹੋਇਆ ਹੈ।